ये एक अजिही कौम है, मैं तुहानूं सच्ची दसां, डिसिपलिन च आ जाए ना असीं बड़ा कुछ कर सकते हैं। सिर्फ डिसिपलिन की लोड़ है। जिस भी लोक संघर्ष च औरतां दी शमूलीयत हुंदी है वो सच्ची दा लोक संघर्ष हुंदा है। जिस लोक संघर्ष च औरतां दी शमूलीयत नहीं वो लोक संघर्ष नहीं हुंदा। जे तुसी रणजीत सिंह तो पहलां दा राज ले लो, राज नहीं, राज तो पहलां जो साडी अवस्था सी 5% सी, काबज हो गए। पता क्यों? क्योंकि ऐसे डिसिपलिन सी, एक हुक्म च बजे सी, एक झंडे दे थल्ले खड़े सी, सुनदे सी एक दूजे दी। हुण आप मुहारे हैं, इकट्ठे रहो, मॉरल अथॉरिटी बनी है और उस मॉरल अथॉरिटी नाल सरकारां बनवाओ, बनने च ना जाओ, बनवाओ और फिर उस नाल देखो जे स्टेट देश बदल। बेशक इन्नियां कोशिशां कीतियां गईयां सानू वंडन दियां, माफी मंगदे मंगदे भी प्रधानमंत्री जी सानू वंडदे चले गए। सैकड़े ही बंदे रातां नूं फड़े ਜਿਹੜੇ कोई गड़बड़ करन आउंदे सी, ਕਿਸੇ ਇੱਕ ਦੇ ਕੋਈ ਥੱਪੜ ਤੱਕ ਨਹੀਂ ਵੱਜਿਆ, ਸਾਰੇ ਬੰਦੇ ਪਿਆਰ ਮੁਹੱਬਤ ਨਾਲ ਫੜ ਕੇ ਪੁਲਿਸ ਨੂੰ ਦੇ ਦਿੰਦੇ ਸੀ। ਤਾਨਾਸ਼ਾਹੀ ਸਰਕਾਰ ਨੂੰ ਵੀ ਝੁਕਾ ਸਕਦੇ ਹੋ, ਪਰ ਇਹ ਜਿਵੇਂ ਮੈਂ ਕਹਿ ਰਹੀ ਸੀ ਸਟੇਜ ਤੇ ਵੀ, ਇਹ ਸਿਰਫ ਪਹਿਲਾ ਹਜੇ ਕਦਮ ਹੈ ਸਾਡੀ ਜਿੱਤ ਕਰਨੀ, ਕਿਉਂਕਿ ਹਲੇ ਪਰਚੇ ਵਾਪਸ ਲੈਣੇ ਹੈ, ਮੁਆਵਜ਼ਾ ਦੇਣਾ ਹੈ। ਜਿਹੜੇ ਦੇਸ਼ ਉਧਰੋਂ ਵੇਂਦੇ ਨੇ ਉਹ ਦੇਸ਼ ਇੰਡਸਟਰੀ ਪ੍ਰਧਾਨ ਦੇਸ਼ ਨੇ। ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ। ਇਹਨੂੰ ਖੇਤੀ ਦੇ ਪੁਆਇੰਟ ਆਫ ਵਿਊ ਤੋਂ ਸੋਚੋ। ਇੰਡਸਟਰੀ ਵੀ ਲਾਉਣੀ ਹੈ ਤਾਂ ਐਗਰੀਕਲਚਰ ਇੰਡਸਟਰੀ ਲਾਓ। ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਕਿਹਾ ਹੋਇਆ ਹੈ ਐਮਐਸਪੀ ਥੀ, ਐਮਐਸਪੀ ਹੈ, ਐਮਐਸਪੀ ਰਹੇਗੀ। ਸਾਡੇ ਗਾਂਧੀ ਜੀ ਵੀ ਕਹਿ ਗਏ, ਬਾਬੇ ਨਾਨਕ ਨੇ ਕਿਹਾ ਉੱਤਮ ਖੇਤੀ। ਓਏ ਉਹਨਾਂ ਦੀ ਮੰਨ ਕੇ ਤਾਂ ਦੇਖੋ, ਜੇ ਇੱਥੋਂ ਤੱਕ ਪਹੁੰਚ ਗਏ ਅੱਗੇ ਵੀ ਪਹੁੰਚਾਂਗੇ। ਸਾਡਾ ਕਰਮ ਹੈ ਕਿ ਅਸੀਂ ਇਸ ਮੋਰਚੇ ਨੂੰ ਸਪੋਰਟ ਕਰਨਾ ਹੈ, ਅਸੀਂ ਇਸ ਮੋਰਚੇ ਪੂਰੀ ਤਰ੍ਹਾਂ ਲੱਗੇ ਰਹਿਣਾ ਹੈ ਤੇ ਜੋ ਹੋਣਾ ਹੈ ਉਹ ਰੱਬ ਦੇ ਹੱਥ 'ਚ ਹੈ। ਅੰਦੋਲਨਾਂ ਤੋਂ ਬਾਅਦ ਅਸੀਂ ਕੁਰਸੀਆਂ ਤੇ ਬੰਦੇ ਬਦਲ ਦਿੰਨੇ ਆ, ਪਾਰਟੀਆਂ ਬਦਲ ਦਿੰਨੇ ਆ ਨਾ, ਏਜੰਡਾ ਬਦਲੋ, ਪਾਲਿਸੀ ਬਦਲੋ, ਫਿਰ ਬਦਲਿਆ ਜਾਊਗਾ। ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਬਦਲਾਅ ਦੀ ਜ਼ਰੂਰਤ ਹੈ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਇੱਥੇ ਮੈਂ ਇਸ ਮੰਚ ਦੇ ਮਾਧਿਅਮ ਤੇ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਲੱਗਦਾ ਹੈ ਕਿ ਅੱਜ ਦੀ ਤਰੀਕ 'ਚ ਕੋਈ ਵੀ ਰਾਜਨੀਤਿਕ ਦਲ ਜਿਹੜਾ ਪੰਜਾਬ 'ਚ ਐਕਟਿਵ ਹੈ ਉਹ ਕਾਬਿਲ ਨਹੀਂ ਹੈ ਪੰਜਾਬ 'ਚ ਉਹ ਤਬਦੀਲੀ ਲਿਆਉਣ ਲਈ। ਬੰਦੇ ਨਾ ਬਦਲੋ। ਆ ਐਗਰੀਕਲਚਰ ਲਾਅ ਕਿੱਥੋਂ ਆਏ ਹੈ? ਕਾਂਗਰਸ ਬਦਲ ਗਈ, ਮੋਦੀ ਆ ਗਿਆ, ਉਹੀ ਬਿੱਲ ਜੋ ਕਾਂਗਰਸ ਪ੍ਰਪੋਜ਼ ਕਰਨ ਵਾਲੀ ਸੀ ਉਹ ਬੀਜੇਪੀ ਨੇ ਪ੍ਰਪੋਜ਼ ਕਰਤੇ। ਇਹ ਹੈ ਨਤੀਜਾ ਬੰਦੇ ਬਦਲਣ ਦਾ, ਪਾਰਟੀ ਬਦਲਣ ਦਾ। ਜੇ ਅਸੀਂ ਏਜੰਡਾ ਬਦਲਿਆ ਹੁੰਦਾ ਅੱਜ ਸਾਨੂੰ ਆਈ ਦੀ ਲੋੜ ਨਹੀਂ ਪੈਣੀ ਸੀ। ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਜਿਵੇਂ ਭਾਜੀ ਕਹਿ ਰਹੇ ਏਜੰਡਾ ਬਦਲੀ ਕਰੋ, એનર્ਜੀ ਬਦਲੀ ਕਰੋ ਤਾਂ ਬਦਲਾਅ ਆਊਗਾ। ਅੱਜ ਸਭ ਤੋਂ ਵੱਡੀ ਰਾਜਨੀਤੀ ਕੌਣ ਕਰ ਰਿਹਾ ਹੈ? ਆਰਐਸਐਸ। ਕਿਹੜਾ ਐਮਐਲਏ ਉਹਨਾਂ ਦਾ? ਇਹਨਾਂ ਕੋਲੇ ਮੋਰਲ ਅਥਾਰਟੀ ਬਣੀ ਹੈ ਤਾਂ ਹੀ ਮਾਣਾ ਉੱਤੇ ਬੈਠੋ। ਬਣਨ 'ਚ ਨਾ ਜਾਓ, ਬਣਾਉਣ 'ਚ ਜਾਓ, ਏਜੰਡਾ ਬਦਲੋ। ਔਰ ਜਦੋਂ ਇਕੱਠੇ ਹੋ ਕੇ ਸਮੂਹਕ ਲੈਵਲ ਤੇ ਹੱਲਾ ਵੱਜੂਗਾ ਤੁਸੀਂ ਵੇਖੋ ਸਭ ਕੁਝ ਬਦਲੂ। ਮੈਨ ਪਾਵਰ, ਮਨੀ ਪਾਵਰ ਇਸ ਹੱਲੇ 'ਚ ਰੁੜ ਜਾਂਦੀਆਂ ਨੇ ਔਰ ਉਹ ਰੁੜਨ ਲਈ ਤਿਆਰ ਨੇ। ਅੱਜ ਇੱਥੇ ਕੋਈ ਸੈਂਟਰ ਨਹੀਂ, ਕੋਈ ਰਾਈਟ ਨਹੀਂ, ਕੋਈ ਲੈਫਟ ਨਹੀਂ। किसान मजदूर एकता जिंदाबाद, किसान मजदूर एकता जिंदाबाद। ਪੰਜਾਬ ਦੇ ਐਸੇ ਦੋ ਕਲਾਕਾਰ ਜਿਨ੍ਹਾਂ ਦੇ ਹਿੱਸੇ ਸਾਰਥਕਤਾ ਆਈ ਹੈ। ਭਾਵੇਂ ਅਮਤੋਜ ਮਾਨ ਨੇ ਉਸ ਵੇਲੇ ਦੇ ਵਿੱਚ 84 ਦੀ ਗੱਲ ਕਰਕੇ ਫਿਲਮ ਬਣਾਈ ਹੋਵੇ ਤੇ ਭਾਵੇਂ ਗੁਲਪਨਾਗ ਨੇ ਕਿਰਤੀਆਂ ਦੀ ਗੱਲ ਤੇ ਯੂਨੀਵਰਸਿਟੀ ਨਾਲ ਸਿਕੰਦਰ ਦੀ ਚਰਚਾ ਕੀਤੀ ਹੋਵੇ। ਇਹ ਉਹ ਦੋ ਨੇ ਜਿਨ੍ਹਾਂ ਨੇ ਸਾਰਥਕਤਾ ਦੀ ਗੱਲ ਹਮੇਸ਼ਾ ਕੀਤੀ ਤੇ ਅੰਦੋਲਨ 'ਚ ਹੌਲੀ-ਹੌਲੀ ਸਾਰਿਆਂ ਨੂੰ ਨਾਲ ਜੋੜੀ ਰੱਖਿਆ। ਅੱਜ ਜਿੱਤ ਦੇ ਆਗਾਜ਼ ਤੇ ਵੀ ਸ਼ਾਂਤ ਨੇ, ਪਹਿਲਾਂ ਵੀ ਸ਼ਾਂਤ ਸੀ। ਹਾਲਾਂਕਿ ਅਮਤੋਜ ਮਾਨ ਅਕਸਰ ਸਟੇਜ ਤੇ ਜਾਂਦੇ ਆ ਤਾਂ ਗੁੱਸੇ ਹੋ ਜਾਂਦੇ, ਪੁੱਛ ਲੈਂਦੇ ਆ ਕਿਉਂ। ਮਾਨ ਸਾਹਿਬ ਸਵਾਗਤ ਹੈ, ਗੁਲਪਨਾਗ ਬਹੁਤ ਸਵਾਗਤ ਹੈ। ਮਾਨ ਸਾਹਿਬ ਗਰਮ ਕਿਉਂ ਹੋ ਜਾਂਦੇ ਹੋ ਜੀ? ਤੁਹਾਨੂੰ ਲੱਗਦਾ ਨਹੀਂ ਸੀ ਕਿ ਗਰਮ ਹੋਣ ਦੀ ਲੋੜ ਹੈਗੀ ਆ? ਵੇਖੋ ਖੁਸ਼ ਹੋ ਗਿਆ, ਕਹਿੰਦੇ ਅੱਛਾ ਹੋ ਗਿਆ ਗਰਮ ਹੋ ਗਏ। ਕੀ ਹੈ ਨਾ, ਇਹ ਇੱਕ ਅਜਿਹੀ ਕੌਮ ਹੈ, ਮੈਂ ਤੁਹਾਨੂੰ ਸੱਚੀ ਦੱਸਾਂ, ਡਿਸਿਪਲਿਨ 'ਚ ਆ ਜਾਏ ਨਾ ਅਸੀਂ ਬੜਾ ਕੁਝ ਕਰ ਸਕਦੇ ਹਾਂ। ਸਿਰਫ ਡਿਸਿਪਲਿਨ ਦੀ ਲੋੜ ਹੈ। ਜੇ ਤੁਸੀਂ ਰਣਜੀਤ ਸਿੰਘ ਤੋਂ ਪਹਿਲਾਂ ਦਾ ਰਾਜ ਲੈ ਲਓ, ਰਾਜ ਨਹੀਂ, ਰਾਜ ਤੋਂ ਪਹਿਲਾਂ ਜੋ ਸਾਡੀ ਅਵਸਥਾ ਸੀ 5% ਸੀ, ਕਾਬਜ ਹੋ ਗਏ। ਪਤਾ ਕਿਉਂ?
ਕਿਉਂਕਿ ਅਸੀਂ ਡਿਸਪਲਿਨ ਸੀ, ਇੱਕ ਹੁਕਮ 'ਚ ਵੱਜੇ ਸੀ, ਇੱਕ ਝੰਡੇ ਦੇ ਥੱਲੇ ਖੜੇ ਸੀ, ਸੁਣਦੇ ਸੀ ਇੱਕ ਦੂਜੇ ਦੀ। ਹੁਣ ਆਪ ਮੁਹਾਰੇ ਆ, ਆਪ ਮੁਹਾਰੇ ਹੁੰਦੇ ਹੁੰਦੇ ਅਸੀਂ ਕੋਈ ਇੱਧਰ ਭੱਜਦਾ ਕੋਈ ਇੱਧਰ ਭੱਜਦਾ। ਮੈਂ ਇਹਨਾਂ ਨੂੰ ਵੀ ਕਿਹਾ ਕਿ ਹੁਣ ਆਪ ਮੁਹਾਰੇ ਨਾ ਭੱਜਿਓ ਜੇ, ਕੋਈ ਐਸ ਪਾਰਟ ਕੋਈ ਕੀ ਕਹਿੰਦੇ ਸੰਯੁਕਤ ਮੋਰਚੇ ਕੇ ਟੁਕੜੇ ਹਜ਼ਾਰ ਹੋਏ, ਕੋਈ ਇਧਰ ਗਿਰਾ ਕੋਈ, ਇਹ ਨਾ ਹੋਵੇ। ਇਕੱਠੇ ਰਹੋ, ਮੋਰਲ ਅਥਾਰਟੀ ਬਣੀ ਹੈ ਔਰ ਉਸ ਮੋਰਲ ਅਥਾਰਟੀ ਨਾਲ ਸਰਕਾਰਾਂ ਬਣਵਾਓ, ਬਣਨੇ ਚ ਨਾ ਜਾਓ, ਬਣਵਾਓ ਔਰ ਫਿਰ ਉਸ ਨਾਲ ਵੇਖੋ ਜੇ ਸਟੇਟ ਦੇਸ਼ ਬਦਲਦੇ। ਇਹਨਾਂ ਨੇ ਨਾ ਸੈਂਕੜੇ ਹੀ ਬੰਦੇ ਰਾਤਾਂ ਨੂੰ ਫੜੇ ਜਿਹੜੇ ਕੋਈ ਗੜਬੜ ਕਰਨ ਆਉਂਦੇ ਸੀ, ਕਿਸੇ ਇੱਕ ਦੇ ਕੋਈ ਥੱਪੜ ਤੱਕ ਨਹੀਂ ਵੱਜਿਆ, ਸਾਰੇ ਬੰਦੇ ਪਿਆਰ ਮੁਹੱਬਤ ਨਾਲ ਫੜ ਕੇ ਪੁਲਿਸ ਨੂੰ ਦੇ ਦਿੰਦੇ ਸੀ ਔਰ ਪੂਰਾ ਸਾਲ ਇਸੇ ਤਰ੍ਹਾਂ ਹੁੰਦਾ ਰਿਹਾ ਜੀ। ਹੁੰਦਾ ਰਿਹਾ ਜੀ, ਇਸੇ ਤਰ੍ਹਾਂ ਅੱਜ ਤੱਕ ਇਸੇ ਤਰ੍ਹਾਂ। ਇਹ ਡਿਸਪਲਿਨ ਹੈ, ਇਸੇ ਲਈ ਜਿੱਤ ਗਏ। ਡਿਸਪਲਿਨ ਤਾਂ ਜਿੱਤ ਗਏ ਨਾ। ਕਿੰਨੀਆਂ ਧਾਰਾਵਾਂ ਮਿਲੀਆਂ ਲੈਫਟ ਰਾਈਟ ਸੈਂਟਰ, ਔਰ ਕਈਆਂ ਨੂੰ ਪਤਾ ਹੀ ਨਹੀਂ ਉਹ ਕਿਹੜੀ ਧਾਰਾ ਵਾਲੇ ਨੇ, ਫਿਰ ਵੀ ਜਿੱਤੇ। ਨਿਰਾਸ਼ਾ ਵੀ ਆਈ। ਸਾਨੂੰ ਇਸ ਅੰਦੋਲਨ ਨੇ ਗੁਣ ਬਹੁਤ ਸਿਖਾਇਆ ਹੈ ਕਿ ਨਾ ਤਾਂ ਨਿਰਾਸ਼ ਹੋਵੋ, ਨਾ ਅਤੀ ਉਤਸ਼ਾਹਿਤ ਹੋ ਜੋ ਕਿ ਗੱਲ ਹੱਥ ਚੋਂ ਨਿਕਲ ਜੇ। ਬੈਲੈਂਸ ਵੈਸੇ ਵੀ ਦੁਨੀਆ 'ਚ ਕਿਹਾ ਗਿਆ ਕਿ ਜਿੰਨਾ ਤਹੱਲੁਮ ਤੇ ਬੈਲੈਂਸ ਨਾਲ ਮੂਵ ਕਰੂੰਗੇ ਚੱਲੂਗੇ ਉਨੀ ਵੱਡੀ ਜਿੱਤ ਹੈ। ਔਰ ਸਾਨੂੰ ਇਹ ਸਾਡੀ ਸਾਰੀ ਬਾਣੀ 'ਚ ਵੀ ਹੈ, ਸਾਡੇ ਵਰਤਾਰਾ ਜੋ ਪਿਛਲਾ ਗੁਰੂਆਂ ਤੋਂ ਲੈ ਕੇ ਅਗਲੀਆਂ ਮਹਾਨ ਸ਼ਖਸੀਅਤਾਂ ਦਾ ਉਹ ਆਈ ਹੈ। ਤਾਂ ਇਹਨੇ ਸਾਨੂੰ ਦੱਸਤਾ ਅੰਦੋਲਨ ਨੇ ਕਿ ਇਹਨੂੰ ਮੁਕੰਮਲ ਜਿੱਤ ਗਏ ਔਰ ਫਿਰ ਪੰਜਾਬ ਬਦਲ ਗਏ ਔਰ ਉਹ ਬਦਲ ਸਕਦੇ ਆ। ਸਾਡੇ ਕੋਲੇ ਉਹਦਾ ਲਿਖਤ ਦੇ ਵਿੱਚ ਵੀ ਹੈ, ਉਦਾਹਰਨਾਂ ਵੀ ਹੈਗੀਆਂ ਨੇ ਔਰ ਅਸੀਂ ਖੁਦ ਵੀ ਕਰਕੇ ਵੇਖ ਲਿਆ। ਮੈਂ ਇਹਨਾਂ ਨੂੰ ਕਿਉਂ ਆਣਾ, ਇਹ ਇੱਕ ਟੈਸਟ ਪਾਸ ਕਰ ਗਏ ਨੇ, ਅਸੀਂ ਵੀ ਟੈਸਟ ਪਾਸ ਕੀਤਾ ਹੈ। ਅਸੀਂ ਛੋਟਾ ਕੀਤਾ, ਇਹਨਾਂ ਨੇ ਵੱਡਾ ਕੀਤਾ ਕਿਉਂਕਿ ਗਾਲਾਂ ਇਹਨਾਂ ਨੂੰ ਜ਼ਿਆਦਾ ਪੈਂਦੀਆਂ ਸੀ। ਇਹ ਟੈਸਟ ਪਾਸ ਕਰਕੇ ਕਿ ਇਹਨਾਂ ਕੋਲੇ ਮੋਰਲ ਅਥਾਰਟੀ ਆ ਗਈ। ਉਸ ਮੋਰਲ ਅਥਾਰਟੀ ਨੂੰ ਕਿਸੇ ਲਾਲਚ ਵਸ਼ ਜਾਂ ਕਿਸੇ ਕਾਰਨ ਕਰਕੇ ਜਾਂ ਕਾਲਚ ਛੱਡ ਨਾ ਦੇਣ, ਇਹਨੂੰ ਬਣਾਏ ਰੱਖਣ ਔਰ ਫਿਰ ਵੇਖਿਓ ਜੇ ਤਕਦੀਰਾਂ ਬਦਲਦੀਆਂ ਇੱਥੋਂ ਦੀ। ਮੈਨੂੰ ਲੱਗਦਾ ਔਰਤਾਂ ਦੀ ਭੂਮਿਕਾ ਬਹੁਤ ਲਾਰਜਰ ਹੋਈ ਔਰ ਇਸ ਅੰਦੋਲਨ ਨੇ ਇੱਕ ਨਵਾਂ ਇਤਿਹਾਸ ਇਹ ਸਿਰਜਿਆ ਕਿ ਔਰਤਾਂ ਨੂੰ ਵੱਖਰੀ ਨਿਗਾਹ ਨਾਲ ਹੋਰ ਮੋਰ ਰਿਸਪੈਕਟ ਨਾਲ ਦੇਖਣਾ ਸ਼ੁਰੂ ਕੀਤਾ। ਜਿਸ ਵੀ ਲੋਕ ਸੰਘਰਸ਼ 'ਚ ਔਰਤਾਂ ਦੀ ਸ਼ਮੂਲੀਅਤ ਹੁੰਦੀ ਹੈ ਉਹ ਸੱਚੀ ਦਾ ਲੋਕ ਸੰਘਰਸ਼ ਹੁੰਦਾ ਹੈ। ਜਿਸ ਲੋਕ ਸੰਘਰਸ਼ 'ਚ ਔਰਤਾਂ ਦੀ ਸ਼ਮੂਲੀਅਤ ਨਹੀਂ, ਉਹ ਲੋਕ ਸੰਘਰਸ਼ ਨਹੀਂ ਹੁੰਦਾ। ਤੇ ਇਹ ਸੰਘਰਸ਼, ਇਹ ਅੰਦੋਲਨ ਅਸੀਂ ਜਿੱਤੇ ਹਾਂ ਕਿਉਂਕਿ ਇਸ 'ਚ ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਸੀਗੀ। ਜਿਸ ਤਰੀਕੇ ਨਾਲ ਔਰਤਾਂ ਨੇ ਇਸ ਅੰਦੋਲਨ ਦੇ ਹਰ ਪਹਿਲੂ 'ਚ ਸਪੋਰਟ ਕੀਤੀ ਹੈ, ਉਹ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਇੱਕ ਮਿਸਾਲ ਦੇ ਤੌਰ ਤੇ ਲੋਕਾਂ ਕੋਲ ਰਹੇਗਾ, ਉਹਨਾਂ ਦੇ ਜ਼ਿਹਨ 'ਚ। ਮੈਨੂੰ ਇਹ ਵੀ ਲੱਗਦਾ ਹੈ ਕਿ ਜਿਵੇਂ ਅਮਿਤੋਜ ਭਾਜੀ ਨੇ ਕਿਹਾ, ਅੱਡ-ਅੱਡ ਧਾਰਾਂ ਦੇ ਲੋਕਾਂ ਨੇ ਆਪਣੀ ਆਈਡੀਓਲੋਜੀ ਸਾਈਡ ਤੇ ਰੱਖ ਕੇ ਇੱਕ ਏਜੰਡੇ 'ਚ ਕੰਮ ਕਰਨ ਲਈ ਤਿਆਰ ਹੋਣ ਦਾ, ਜਿਵੇਂ ਇੱਕ ਗੋਲ ਸਥਾਪਿਤ ਕੀਤਾ, ਇੱਕ ਲਕਸ਼ ਰੱਖਿਆ ਆਪਣੇ ਸਾਹਮਣੇ, ਉਹਦੇ ਕਰਕੇ ਇਹ ਜਿੱਤ ਹੋਈ ਹੈ, ਏਕੇ ਦੀ ਜਿੱਤ ਹੋਈ ਹੈ ਇੱਕ ਤਰੀਕੇ ਨਾਲ। ਦੇਖੋ ਤੁਸੀਂ, ਬੇਸ਼ੱਕ ਇੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਾਨੂੰ ਵੰਡਣ ਦੀਆਂ, ਮਾਫੀ ਮੰਗਦੇ ਵੀ ਪ੍ਰਧਾਨ ਮੰਤਰੀ ਜੀ ਸਾਨੂੰ ਵੰਡਦੇ ਚਲੇ ਗਏ। ਮਤਲਬ ਪੰਜਾਬ ਦੀ ਗੱਲ ਕਰਕੇ ਹਰਿਆਣੇ ਬਾਰੇ ਕੁਝ ਨਹੀਂ ਬੋਲੇ, ਯੂਪੀ ਬਾਰੇ ਕੁਝ ਨਹੀਂ ਬੋਲੇ, ਸਿੱਖਾਂ ਦੀ ਗੱਲ ਕਰਕੇ ਚਲੇ ਗਏ, ਸਿੱਖਾਂ ਦੇ ਗੁਰੂਆਂ ਦੀ ਗੱਲ ਕਰਕੇ ਚਲੇ ਗਏ। ਤੇ ਉਹ ਵੰਡਣ ਦਾ ਤਰੀਕਾ ਹੀ ਹੈ ਨਾ ਇੱਕ ਤਰੀਕੇ ਨਾਲ ਕਿ ਅਸੀਂ ਤੇ ਸ਼ੁਰੂ ਤੋਂ ਲੈ ਕੇ ਚਾਹੇ 26 ਜਨਵਰੀ ਦੀ ਵਾਰਦਾਤ ਹੋਵੇ, ਚਾਹੇ ਜੋ ਕੁਝ ਵੀ ਹੁੰਦਾ ਆਇਆ ਪਿਛਲੇ 1 ਸਾਲ 'ਚ, तमाम ਕੋਸ਼ਿਸ਼ਾਂ ਜਾਰੀ ਰਹੀਆਂ ਨੇ ਕਿ ਸਾਨੂੰ ਕਿਸੇ ਤਰੀਕੇ ਨਾਲ ਵੰਡਿਆ ਜਾਵੇ, ਸਾਡੇ ਏਕੇ ਨੂੰ ਤੋੜਿਆ ਜਾਵੇ। ਪਰ ਇਹ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ, ਇਹ ਇੱਕ ਟੈਸਟ ਹੈ ਜਿਹਨੂੰ ਮੈਂ ਮੰਨਦੀ ਹਾਂ ਅੱਡ-ਅੱਡ ਹੱਦਾਂ ਤੱਕ ਲੋਕਾਂ ਨੇ ਪਾਸ ਕੀਤਾ ਹੈ। ਸਾਡੇ ਆਗੂਆਂ ਨੇ ਬਹੁਤ ਵੱਡੀ ਹੱਦ ਤੱਕ ਪਾਸ ਕੀਤਾ ਹੈ ਤੇ ਅਸੀਂ, ਸਾਡੇ ਵਰਗੇ ਜਿਹੜੇ ਫੁੱਟ ਸੋਲਜਰ ਨੇ, ਜਿਹਨਾਂ ਨੇ ਆਪਣੀ ਜਿਸ ਵੀ ਤਰੀਕੇ ਨਾਲ ਸਪੋਰਟ ਕੀਤੀ ਹੈ, ਇਹ ਮਿਸਾਲ ਹੈ ਕਿ ਬਈ ਏਕੇ ਤੇ ਸਬਰ ਨਾਲ ਤੁਸੀਂ ਤਾਨਾਸ਼ਾਹੀ ਸਰਕਾਰ ਨੂੰ ਵੀ ਝੁਕਾ ਸਕਦੇ ਹੋ। ਪਰ ਇਹ, ਜਿਵੇਂ ਮੈਂ ਕਹਿ ਰਹੀ ਸੀ ਸਟੇਜ ਤੇ ਵੀ, ਇਹ ਸਿਰਫ ਪਹਿਲਾ ਹਜੇ ਕਦਮ ਹੈ ਸਾਡੀ ਜਿੱਤ ਕਰਨੀ, ਕਿਉਂਕਿ ਹਲੇ ਪਰਚੇ ਵਾਪਸ ਲੈਣੇ ਹੈ, ਮੁਆਵਜ਼ਾ ਦੇਣਾ ਹੈ, ਐਮਐਸਪੀ ਤਾਂ ਖੈਰ ਲਾਸਟ ਬਟ ਨਾਟ ਲੀਸਟ। ਸਾਡੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਕਿਹਾ ਹੋਇਆ ਹੈ ਐਮਐਸਪੀ ਥੀ, ਐਮਐਸਪੀ ਹੈ, ਐਮਐਸਪੀ ਰਹੇਗੀ। ਪਰ ਕਿਉਂਕਿ ਉਹਨਾਂ ਨੂੰ ਥੋੜੇ ਬਹੁਤ ਜੁਮਲਿਆਂ ਦੀ ਵੀ ਆਦਤ ਹੈ, ਡਰ ਜਾ ਲੱਗਦਾ ਹੈ ਕਿ ਮੰਨੀਏ ਕਿ ਨਾ ਮੰਨੀਏ, ਹੈ ਨਾ। ਤੇ ਕਾਨੂੰਨ ਬਣਾਉਣ ਦੇਣ, ਇਹਦੇ ਨਾਲ ਸਾਨੂੰ ਸਾਰਿਆਂ ਨੂੰ ਜਾਂ ਕਮੇਟੀ ਬਣਾ ਦੇਣ, ਟਾਈਮ ਬਾਉਂਡ ਕਮੇਟੀ ਬਣਾ ਦੇਣ, ਐਟਲੀਸਟ ਵਿਸ਼ਵਾਸ ਹੋ ਜਾਊਗਾ ਉਹਨਾਂ ਦੀ ਗੱਲਾਂ ਤੇ
ਆਪ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਦੀ ਡਿਮਾਂਡ ਸੀ ਕਿ ਐਮਐਸਪੀ ਲਈ ਕਾਨੂੰਨ ਬਣਾਇਆ ਜਾਵੇ ਕਿ ਉਹ ਮੁੱਖ ਮੰਤਰੀ ਰਹਿ ਕੇ ਇੱਕ ਪਹਿਲੂ ਤੇ ਪ੍ਰਧਾਨ ਮੰਤਰੀ ਬਣ ਕੇ ਹੁਣ ਤਾਂ ਪ੍ਰਧਾਨ ਸੇਵਾ ਕਹਿੰਦੇ ਨੇ ਆਪਣੇ ਆਪ ਨੂੰ ਫਿਰ ਇੱਕ ਹੋਰ ਪਹਿਲੂ ਤੇ ਇਹ ਜਿਹੜੇ ਸਾਡੀਆਂ ਮੰਗਾਂ ਨੇ ਪਰਚੇ ਰੱਦ ਕੀਤੇ ਜਾਣ ਮੁਆਵਜ਼ੇ ਦਿੱਤੇ ਜਾਣ ਜਿਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ ਹੈ ਇੱਥੇ ਤੇ ਲਖੀਮਪੁਰ ਖੇੜੀ ਜਿਹੜਾ ਵੱਡਾ ਕਾਂਡ ਹੋਇਆ ਹੈ ਉਹਦੇ ਲਈ ਨਿਆਂ ਹੋਵੇ ਇਹ ਬਹੁਤ ਜ਼ਰੂਰੀ ਹੈ। ਗੁੱਲ ਕਹਿ ਰਹੇ ਕਿ ਲੜਾਈ ਹਾਲੇ ਬਾਕੀ ਹੈ, ਲੜਾਈ ਹਾਲੇ ਨਿਬੜੀ ਨਹੀਂ ਹੈ। ਐਮਐਸਪੀ ਹੈ, ਟੈਣੀ ਨੂੰ ਉਹਦੇ ਤੋਂ ਲਾਉਣਾ ਹੋਵੇ, ਪਰਚੇ ਰੱਦ ਕਰਾਉਣੇ ਹੋਣ, ਕੀ ਇਹ ਲੜਾਈ ਹੋਰ ਲੰਬੀ ਜਾਊਗੀ? ਹੁਣ ਦੇਖੋ ਮੈਨੂੰ ਲੱਗਦਾ ਉਹ ਹੁਣ ਡਿੱਗੂਗਾ ਜਲਦੀ, ਬਟ ਇਹ ਜ਼ਰੂਰੀ ਹੈ ਜੋ ਕਿਹਾ ਗੋਲ ਹੋਰਾਂ ਨੇ। ਇਹ ਜਿਹੜੀ ਕਮੇਟੀ ਦੀ ਫਾਰਮੇਸ਼ਨ ਹੈ, ਇਹ ਕਮੇਟੀ 'ਚ ਆਪਣੇ ਕਿਸਾਨਾਂ ਦੀ ਭਰਮਾਰ ਚਾਹੀਦੀ ਹੈ, ਬਹੁਮਤ ਚਾਹੀਦੀ ਹੈ ਤੇ ਨਾਲ ਉਹਦੀ ਜਿਹੜੀ ਨੋਮੀਨੇਸ਼ਨ ਹੋਵੇ ਉਹਦੇ ਵਿੱਚ ਮੈਂਸ਼ਨ ਹੋਵੇ ਤੇ ਇਹਦੀਆਂ ਜੋ ਰეკਮੈਂਡੇਸ਼ਨਾਂ ਨੇ ਉਹ ਮੰਨੀਆਂ ਜਾਣਗੀਆਂ। ਨਹੀਂ ਤਾਂ ਕੀ ਹੁੰਦਾ ਸਰਕਾਰ ਕੁਝ ਐਡ ਕਰ ਦਿੰਦੀ ਹੈ, ਕੁਝ ਮਾਈਨਸ ਕਰ ਦਿੰਦੀ ਹੈ, ਉਹ ਉਵੇਂ ਦੀ ਉਵੇਂ ਮੰਨੀਆਂ ਜਾਣਗੀਆਂ। ਐਂਡ ਸੈਕੰਡ ਕਿ ਇਹਦਾ ਸਮਾਂ ਪੀਰੀਅਡ ਫਿਕਸ ਹੋਵੇ। ਜਦੋਂ ਤੁਸੀਂ ਆਨੇ ਹੋ ਕਿ ਐਮਐਸਪੀ ਸੀ ਹੈ ਰਹੂਗੀ ਤਾਂ ਬਣਾ ਦਿਓ ਯਾਰ, ਕੀ ਪ੍ਰੋਬਲਮ ਹੈ? ਔਰ ਜਿਹੜਾ ਇਹ 17 ਲੱਖ ਕਰੋੜ ਦਾ ਫਿਗਰ ਹੈ ਨਾ, ਇਹ ਗਲਤ ਹੈ। 1.5 ਲੱਖ ਕਰੋੜ ਤੋਂ ਉੱਪਰ ਚਾਹੀਦਾ ਨਹੀਂ। ਔਰ ਸੈਕੰਡ ਕੀ ਹੈ ਮੱਕੜ ਜੀ ਕਿ ਜਦੋਂ ਇਹ 23 ਫਸਲਾਂ ਤੇ ਆਊਗੀ ਨਾ ਤਾਂ ਝੋਨੇ ਵਾਲੀ ਐਮਐਸਪੀ ਉਧਰ ਐਡਜਸਟ ਹੋ ਜੂਗੀ, ਕਣਕ ਵਾਲੀ ਉਧਰ ਐਡਜਸਟ ਹੋ ਜੂਗੀ। ਗੱਲ ਕੁਝ ਨਹੀਂ ਫਰਕ, ਗੱਲ ਸਿਰਫ ਉਸ ਪੁਆਇੰਟ ਆਫ View ਤੋਂ ਸੋਚਣ ਦੀ ਹੈ। ਪ੍ਰੋਬਲਮ ਇਹ ਹੈ ਕਿ ਜੋ ਸਾਡੀਆਂ ਹਕੂਮਤਾਂ ਨੇ ਇਹ ਕਾਰਪੋਰੇਟ ਪੁਆਇੰਟ ਆਫ View ਤੋਂ ਦੇਖਦੀਆਂ ਨੇ। ਮਾੜਾ ਜਿਹਾ ਇਹਨਾਂ ਪੁਆਇੰਟ ਆਫ View ਤੋਂ ਵੇਖ ਲਓ, ਜਿਹੜੇ ਦੇਸ਼ ਉਧਰੋਂ ਵੇਂਦੇ ਨੇ ਉਹ ਦੇਸ਼ ਇੰਡਸਟਰੀ ਪ੍ਰਧਾਨ ਦੇਸ਼ ਨੇ। ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ। ਇਹਨੂੰ ਖੇਤੀ ਦੇ ਪੁਆਇੰਟ ਆਫ View ਤੋਂ ਸੋਚੋ। ਇੰਡਸਟਰੀ ਵੀ ਲਾਉਣੀ ਹੈ ਤਾਂ ਐਗਰੀਕਲਚਰ ਇੰਡਸਟਰੀ ਲਾਓ। ਤੁਹਾਨੂੰ ਆ ਪਰਾਲੀ ਦਾ ਕੀ ਹੋਣਾ ਪਤਾ ਵੀ ਨਹੀਂ ਲੱਗਣਾ। ਸੋਚ ਦੀ ਲੋੜ ਹੈ। ਅਸੀਂ ਉਸ ਇੱਕ ਫਿਕਸ ਫਾਰਮੂਲਾ ਹੈ ਜੋ WTO ਕਹਿ ਦਿੰਦਾ ਹੈ, ਵਰਲਡ ਬੈਂਕ ਕਹਿ ਦਿੰਦੀ ਹੈ, ਸਾਡੇ ਹੁਕਮਰਾਨ ਕਹਿ ਦਿੰਦੇ ਬਸ ਕਰੋ ਜੀ। ਪਲੀਜ਼ ਦੂਜਾ ਸੋਚੋ। ਸਾਡੇ ਗਾਂਧੀ ਜੀ ਵੀ ਕਹਿ ਗਏ, ਬਾਬੇ ਨਾਨਕ ਨੇ ਕਿਹਾ ਉੱਤਮ ਖੇਤੀ। ਓਏ ਉਹਨਾਂ ਦੀ ਮੰਨ ਕੇ ਤਾਂ ਦੇਖੋ, ਜੇ ਇੱਥੋਂ ਤੱਕ ਪਹੁੰਚ ਗਏ ਅੱਗੇ ਵੀ ਪਹੁੰਚਾਂਗੇ। ਨਿੱਜੀ ਤਬਦੀਲੀ ਕੀ ਆਈ ਹੈ ਇਸ ਪੂਰੇ ਅੰਦੋਲਨ ਚ? ਅਮਤੋਜ ਮਾਨ ਅੰਦਰੋਂ ਬਦਲੇ, ਸਾਰੇ ਬਦਲੇ ਨੇ। ਔਰ ਉਹ ਬਦਲਾਵ ਤੁਹਾਡੇ 'ਚ ਕੀ ਆਇਆ ਮੈਨੂੰ ਪਤਾ ਲੱਗੂਗਾ, ਮੇਰੇ 'ਚ ਕੀ ਆਇਆ ਤੁਹਾਨੂੰ ਪਤਾ ਲੱਗੂਗਾ। ਗੁੱਲ 'ਚ ਕੀ ਬਦਲਾਵ ਆਇਆ ਇਹਨੂੰ ਨਹੀਂ ਪਤਾ ਲੱਗਣਾ, ਆਪਾਂ ਨੂੰ ਪਤਾ ਲੱਗੂਗਾ। ਔਰ ਆਪਣੇ 'ਚ ਕੀ ਬਦਲਾਵ ਹੈ ਗੁੱਲ ਨੂੰ ਪਤਾ ਲੱਗੂਗਾ। ਤੁਹਾਨੂੰ ਲੱਗਦਾ ਇੰਟਰੋਸਪੈਕਟ ਕੀਤਾ ਕਦੇ ਕਿ ਪੂਰੇ ਅੰਦੋਲਨ ਦੇ ਪ੍ਰੋਸੈਸ ਦੌਰਾਨ ਅਸੀਂ ਨਿੱਜੀ ਤੌਰ ਤੇ ਕਿੰਨੇ ਕੁ ਬਦਲੇ? ਬੰਦਾ ਸਿੱਖਦਾ। ਜਿਵੇਂ ਭਾਜੀ ਨੇ ਕਿਹਾ ਹੈ, ਮੈਨੂੰ ਬਸ ਇੱਕ ਚੀਜ਼ ਜਿਹੜੀ ਮੈਨੂੰ ਇਹੀ ਆਉਂਦੀ ਹੈ ਕਿ ਤੁਸੀਂ ਆਪਣੇ ਕਰਮ ਤੇ ਫੋਕਸ ਕਰੋ। ਕਰਮ ਸਾਡਾ ਕਰਮ ਹੈ ਕਿ ਅਸੀਂ ਇਸ ਮੋਰਚੇ ਨੂੰ ਸਪੋਰਟ ਕਰਨਾ ਹੈ, ਅਸੀਂ ਇਸ ਮੋਰਚੇ 'ਚ ਪੂਰੀ ਤਰ੍ਹਾਂ ਲੱਗੇ ਰਹਿਣਾ ਹੈ ਤੇ ਜੋ ਹੋਣਾ ਹੈ ਉਹ ਰੱਬ ਦੇ ਹੱਥ 'ਚ ਹੈ। ਤੇ ਅਸੀਂ ਜੇ ਰਿਜ਼ਲਟਸ ਬਾਰੇ ਸੋਚੀਏ, ਜਿਹੜੀ ਵੀ ਤੁਸੀਂ ਚੀਜ਼ ਜੋ ਲਾਈਫ 'ਚ ਕਰਦੇ ਹੋ, ਜੇ ਰਿਜ਼ਲਟ ਤੇ ਫੋਕਸ ਕਰਕੇ ਕਰੋ, ਜਿਵੇਂ ਗੀਤਾ 'ਚ ਵੀ ਲਿਖਿਆ ਨਾ ਕਰਮण्येवाद अधिकार अस्ते मा फलेषु कदाचन। ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਹੋਰ ਦੇ ਰਿਲੀਜੀਅਸ ਟੈਕਸਟ ਕੋਟ ਕਰਨ ਦੀ। ਸਾਡੀ ਤਾਂ ਪੂਰੀ ਨਿਸ਼ਚੈ ਕਰ ਜੀਤ ਕਰੂੰ। ਜਦੋਂ ਨਿਸ਼ਚੈ ਹੀ ਕਰ ਲਿਆ ਤੇ ਜਿੱਤ ਕਿਹੜੀ ਦੂਰ ਆ। ਨਿਸ਼ਚੈ ਕਰਕੇ ਬੈਠੇ ਸੀ ਨਾ। ਫਿਰ ਤੁਸੀਂ ਸਿਆਸਤ ਤੋਂ ਕਿਨਾਰਾ ਕਰ ਗਏ, ਕੀ ਉਹ ਨਿਸ਼ਚਾ ਨਹੀਂ ਹੋ ਸਕਿਆ? ਕਿ ਕੀ ਤੁਹਾਨੂੰ ਲੱਗਿਆ ਕਿ ਬਾਕੀ ਜਿਵੇਂ ਸੋਚਦੇ ਬੜੇ ਪੜ੍ਹੇ ਲਿਖੇ ਤੇ ਹਮੇਸ਼ਾ ਬੁੱਧੀਜੀਵੀ ਇਹ ਸੋਚਦੇ ਆ ਕਿ ਯਾਰ ਇਹ ਗੰਦਗੀ ਹੈ, ਮੈਂ ਇੱਧਰ ਨੂੰ ਪੈਣਾ ਨਹੀਂ? ਦੇਖੋ ਜੀ, ਮੈਂ ਤਾਂ ਪੈ ਕੇ ਦੇਖਿਆ ਹੋਇਆ ਨਾ, ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਬਦਲਾਅ ਦੀ ਜ਼ਰੂਰਤ ਹੈ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਇੱਥੇ ਮੈਂ ਇਸ ਮੰਚ ਦੇ ਮਾਧਿਅਮ ਤੇ ਇਹ ਕਹਿਣਾ ਚਾਹੁੰਦੀ ਆ ਕਿ ਮੈਨੂੰ ਲੱਗਦਾ ਹੈ ਕਿ ਅੱਜ ਦੀ ਤਰੀਕ 'ਚ ਕੋਈ ਵੀ ਰਾਜਨੀਤਿਕ ਦਲ ਜਿਹੜਾ ਪੰਜਾਬ 'ਚ ਐਕਟਿਵ ਹੈ ਉਹ ਕਾਬਿਲ ਨਹੀਂ ਹੈ ਪੰਜਾਬ 'ਚ ਉਹ ਤਬਦੀਲੀ ਲਿਆਉਣ ਲਈ। ਕਿੱਥੋਂ ਆਊਗੀ ਫਿਰ? ਤੁਸੀਂ ਪੈਸਿਮਿਸਟ ਹੋ ਰਹੇ ਹੋ? ਨਹੀਂ, ਮੈਂ ਪੈਸਿਮਿਸਟ ਨਹੀਂ ਹੋ ਰਹੀ। ਮੈਂ ਸੋਚ ਰਹੀ ਹਾਂ ਕਿ ਇਹ એનર્ਜੀ ਨੂੰ ਹਾਰਨੈਸ ਕੀਤਾ ਜਾਵੇ ਤੇ ਸ਼ਾਇਦ ਇਹ એનર્ਜੀ 2 ਮਹੀਨਿਆਂ 'ਚ ਹਾਰਨੈਸ ਨਹੀਂ ਕੀਤੀ ਜਾ ਸਕਦੀ, ਪਰ ਇਹ એનર્ਜੀ ਜ਼ਰੂਰ ਹੈ, ਇਹਨੂੰ ਹਾਰਨੈਸ ਕਰਨਾ ਚਾਹੀਦਾ ਹੈ ਤੇ ਪੰਜਾਬ ਨੂੰ ਬਦਲਾਅ ਦੀ ਜ਼ਰੂਰਤ ਜ਼ਰੂਰ ਹੈ। ਪਰ ਜਿਹੜੀਆਂ 3-4 ਪਾਰਟੀਆਂ ਪੰਜਾਬ 'ਚ ਅੱਜ ਹੈ ਉਹ ਬਦਲਾਅ ਨਹੀਂ ਲਿਆ ਸਕਦੀਆਂ, ਉਹਨਾਂ ਦੀ ਨੀਅਤ ਨਹੀਂ ਹੈ ਬਦਲਾਅ। ਪਤਾ ਕਿ ਮਾਨ ਸਾਹਿਬ ਇਹ ਕੀ ਅਗਲੇ ਹੋਰ 5 ਸਾਲ ਉਦਾਸੀ ਦੇ ਮਿਲਣਗੇ ਸਾਨੂੰ? ਇਦਾਂ ਹੋਣ ਜਾ ਰਿਹਾ? ਨਹੀਂ, ਇਹ ਕੀ ਹੈ ਕਿ ਅੰਦੋਲਨਾਂ ਤੋਂ ਬਾਅਦ ਅਸੀਂ ਕੁਰਸੀਆਂ ਤੇ ਬੰਦੇ ਬਦਲ ਦਿੰਨੇ ਆ, ਪਾਰਟੀਆਂ ਬਦਲ ਦਿੰਨੇ ਆ ਨਾ। ਏਜੰਡਾ ਬਦਲੋ, ਪਾਲਿਸੀ ਬਦਲੋ, ਫਿਰ ਬਦਲਿਆ ਜਾਊਗਾ। ਔਰ ਉਹ ਅੱਜ ਨੂੰ ਵੇਖ ਕੇ ਲੱਗਦਾ ਹੈ
ਹੁਣ ਜ਼ਮੀਨ ਉਪਜਾਊ ਹੈ, ਪਿਛਲੀ ਵਾਰ ਨਹੀਂ ਸੀ ਜਦੋਂ ਤੁਸੀਂ ਆਏ ਸੀ, ਹੁਣ ਹੈ। ਹੁਣ ਜ਼ਮੀਨ ਉਪਜਾਊ ਮੀਨ ਲੋਕਾਂ ਦੀ ਸੋਚ ਇਸ ਪਾਸੇ ਨੂੰ ਕਿ ਬਦਲਣਾ ਹੈ। ਮੈਂ ਇਸੇ ਲਈ ਅੱਜ ਵੀ ਕਿਹਾ ਹੈ, ਇਹਨਾਂ ਨੂੰ ਵੀ ਕਿਹਾ ਹੈ ਕਿ ਖਿੰਡ ਪੁੰਡ ਨਾ ਜਾਇਓ ਜੇ, ABC ਚ ਨਾ ਵੰਡੇ ਜਾਇਓ ਜੇ, ਤੁਸੀਂ ਬੰਦੇ ਨਾ ਬਦਲੋ। ਆ ਐਗਰੀਕਲਚਰ ਲਾਅ ਕਿੱਥੋਂ ਆਏ ਹੈ? ਕਾਂਗਰਸ ਬਦਲ ਗਈ, ਮੋਦੀ ਆ ਗਿਆ, ਉਹੀ ਬਿੱਲ ਜੋ ਕਾਂਗਰਸ ਪ੍ਰਪੋਜ਼ ਕਰਨ ਵਾਲੀ ਸੀ ਉਹ ਬੀਜੇਪੀ ਨੇ ਪ੍ਰਪੋਜ਼ ਕਰਤੇ। ਇਹ ਹੈ ਨਤੀਜਾ ਬੰਦੇ ਬਦਲਣ ਦਾ, ਪਾਰਟੀ ਬਦਲਣ ਦਾ। ਜੇ ਅਸੀਂ ਏਜੰਡਾ ਬਦਲਿਆ ਹੁੰਦਾ ਅੱਜ ਸਾਨੂੰ ਆਈ ਦੀ ਲੋੜ ਨਹੀਂ ਪੈਣੀ ਸੀ। ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਉਹੀ ਨੇ। ਗੱਲ। ਜਿਵੇਂ ਭਾਜੀ ਕਹਿ ਰਹੇ ਨੇ, ਏਜੰਡਾ ਬਦਲੀ ਕਰੋ, એનર્ਜੀ ਬਦਲੀ ਕਰੋ, ਤਾਂ ਬਦਲਾਅ ਆਊਗਾ। ਲੋਕਾਂ ਨੂੰ ਬਦਲਣ ਨਾਲ ਕੋਈ ਬਦਲਾਅ ਨਹੀਂ ਇਹ ਆਊਗਾ। ਸਵਾਲ ਕਰਦਾ ਚੰਗੇ ਲੋਕਾਂ ਨੂੰ, ਤੁਸੀਂ ਹੁਣ ਮਾਨ ਸਾਹਿਬ ਖੜੇ ਨੇ ਸਿਆਸਤ ਚ ਆਉਣਾ, ਉਹ ਕਹਿੰਦੇ ਨਹੀਂ ਨਹੀਂ, ਡਰਦੇ ਕਿਉਂ ਹੈ ਸਿਆਸਤ ਵੱਲ ਇੰਨੀ ਨੈਗੇਟਿਵ ਸਾਡੀ ਨਿਗਾਹ ਕਿਉਂ? ਸਾਡੇ ਦਾ ਫਿਲਮਾਂ ਦਾ ਜਿਹੜਾ ਵਿਲਨ ਹੈ ਉਹ ਵੀ ਇੱਕ ਅਮੀਰ ਸਿਆਸਤਦਾਨ ਹੁੰਦਾ ਹੈ ਤੇ ਹੀਰੋ ਸਾਡਾ ਗਰੀਬ ਹੋਊਗਾ, ਤੇ ਅਸੀਂ ਅਮੀਰੀਅਤ ਤੋਂ ਵੀ ਨਫ਼ਰਤ ਕਰਦੇ ਹਾਂ ਤੇ ਪਾਵਰ ਤੋਂ ਵੀ ਨਫ਼ਰਤ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਨਫ਼ਰਤ ਨਹੀਂ ਹੈਗੀ ਸਿਆਸਤ ਤੋਂ। ਜਿਸ ਤਰੀਕੇ ਦੇ ਸਿਆਸਤਦਾਨ ਸਾਨੂੰ ਅੱਜ ਕੱਲ ਦੇਖਣ ਨੂੰ ਆ ਰਹੇ ਨੇ, ਉਹਨਾਂ ਤੋਂ ਜ਼ਰੂਰ ਨਫ਼ਰਤ ਹੈ ਕਿ ਉਹਨਾਂ ਦੀ ਨੀਅਤ ਕਿਸ ਤਰੀਕੇ ਦੀ ਹੈ। ਤੇ ਮੈਂ ਹੋਰ ਕੁਝ ਨਾ ਕਹਿੰਦੇ ਹੋਏ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਬਦਲਾਅ ਦੀ ਲੋੜ ਜ਼ਰੂਰ ਹੈ। ਜਿਹੜੀ ਗੱਲ ਤੋਂ ਇਹ ਕਹਿ ਰਹੇ ਨੇ, ਬੰਦਾ ਡਰਦਾ ਇਸ ਲਈ ਹੁੰਦਾ ਕਿ ਯਾਰ ਮੈਂ ਆਪਦਾ ਅਕਸ ਬਣਾਇਆ ਹੈ, ਮੇਰੀ ਇੱਕ ਸੋਚ ਹੈ, ਮੈਂ ਇਹਨੂੰ ਬਦਲ ਨਹੀਂ ਪਾਉਂਗੀ, ਇਹ ਮੈਨੂੰ ਨਾ ਬਦਲ ਦੇ। ਔਰ ਜਦੋਂ ਤੁਸੀਂ ਸਮੂਹਕ ਲੈਵਲ ਤੇ ਬਦਲਣ ਦਾ ਤਈਆ ਕਰ ਲੈਂਦੇ ਹੋ, ਕੁਝ ਇਕੱਠਾ ਹੋ ਜਾਂਦਾ ਕਿ ਇਹਨੂੰ ਬਦਲੀਏ, ਫਿਰ ਤੁਸੀਂ ਹਿੰਮਤ ਕਰਕੇ ਅੱਗੇ ਆ ਜਾਂਦੇ ਹੋ। ਪਰ ਅੱਗੇ ਆਉਣ ਦਾ ਮਤਲਬ ਅਸੀਂ ਇਹੀ ਕਿਉਂ ਸਮਝਦੇ ਕਿ MLA ਬਣਨਾ ਹੈ, ਮਿਨਿਸਟਰ ਬਣਨਾ ਹੈ, ਮੁੱਖ ਮੰਤਰੀ ਬਣਨਾ ਹੈ? ਅੱਜ ਸਭ ਤੋਂ ਵੱਡੀ ਰਾਜਨੀਤੀ ਕੌਣ ਕਰ ਰਿਹਾ ਹੈ? RSS। ਕਿਹੜਾ MLA ਉਹਨਾਂ ਦਾ? ਇਹਨਾਂ ਕੋਲੇ ਮੋਰਲ ਅਥਾਰਟੀ ਬਣੀ ਹੈ, ਤਾਂ ਹੀ ਮਾਣਾ ਉੱਤੇ ਬੈਠੋ। ਬਣਨ ਚ ਨਾ ਜਾਓ, ਬਣਾਉਣ ਚ ਜਾਓ, ਏਜੰਡਾ ਬਦਲੋ। ਔਰ ਜਦੋਂ ਇਕੱਠੇ ਹੋ ਕੇ ਸਮੂਹਕ ਲੈਵਲ ਤੇ ਹੱਲਾ ਵੱਜੂਗਾ, ਤੁਸੀਂ ਵੇਖੋ ਸਭ ਕੁਝ ਬਦਲੂ। ਮੈਨ ਪਾਵਰ, ਮਨੀ ਪਾਵਰ ਇਸ ਹੱਲੇ 'ਚ ਰੁੜ ਜਾਂਦੀਆਂ ਨੇ ਔਰ ਉਹ ਰੁੜਨ ਲਈ ਤਿਆਰ ਨੇ। ਅੱਜ ਇੱਥੇ ਕੋਈ ਸੈਂਟਰ ਨਹੀਂ, ਕੋਈ ਰਾਈਟ ਨਹੀਂ, ਕੋਈ ਲੈਫਟ ਨਹੀਂ। ਔਰ ਵੈਸੇ ਵੀ ਯਾਰ ਲੈਫਟ ਰਹਿ ਕਿਹੜਾ ਗਿਆ? ਚਾਈਨਾ ਕਮਿਊਨਿਜ਼ਮ ਹੈ ਕਿ ਯੂਰਪ ਦੇ ਵਿੱਚ ਟੋਟਲ ਕੈਪੀਟਲਿਜ਼ਮ ਹੈ? ਹਮੇਸ਼ਾ ਹਾਲਾਤ ਆਪਦੇ ਨਾਲ ਇੱਕ ਨਵਾਂ ਨਿਜ਼ਾਮ ਲੈ ਕੇ ਆਉਂਦੇ, ਨਿਜ਼ਾਮ ਲੈ ਕੇ ਆਉਂਦੇ ਨੇ। ਇਸ ਅੰਦੋਲਨ ਤੋਂ ਬਾਅਦ ਪੰਜਾਬ 'ਚ ਇੱਕ ਨਵਾਂ ਨਿਜ਼ਾਮ ਆਊਗਾ ਔਰ ਉਹ ਨਿਜ਼ਾਮ ਕਿਵੇਂ ਨਾ ਕਿਵੇਂ ਲੋਕਾਂ ਦੀ ਭਲਾਈ ਕਰੇ। ਦੈਟਸ ਦੀ ਥਿੰਗ। ਰਾਜਨੀਤੀ ਮਾੜੀ ਨਹੀਂ ਗੀ, ਪਰ ਜੇ ਰਾਜਨੀਤੀ, ਰਾਜ ਮਤਲਬ ਰਾਜ ਨੂੰ ਚਲਾਉਣ ਵਾਲੀ ਨੀਤੀ, ਜੇ ਉਹ ਲੋਕਾਂ ਨੂੰ ਬੈਟਰ ਕਰ ਸਕੇ ਤਾਂ ਉਸ ਰਾਜਨੀਤੀ ਨਾਲ ਉਹਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਅਸੀਂ ਸਾਰੇ ਮਿਲ ਕੇ ਉਹ ਕਰਾਂਗੇ। ਹਾਂ, ਆਪ ਨਹੀਂ ਬਣਾਂਗੇ ਕਿਉਂਕਿ ਇਹ ਲੋਕਾਂ ਨੂੰ ਵਿਖਾਉਣਾ ਵੀ ਜ਼ਰੂਰੀ ਹੁੰਦਾ, ਅਸੀਂ ਲਾਲਚ ਵਸ਼ ਨਹੀਂ ਆ ਰਹੇ, ਪਰ ਪੰਜਾਬ ਦਾ ਏਜੰਡਾ ਬਦਲਾਂਗੇ, ਬਦਲਣਾ ਪਊਗਾ। ਉਹਦੇ ਐਗਜ਼ੈਕਟਲੀ ਕੀ ਹਾਲਾਤ ਹੋਣਗੇ ਵਕਤ ਦੱਸੂਗਾ। ਆਖਰੀ ਸਵਾਲ ਹੈ, ਸੋਨੀਆ ਮਾਨ ਹੋਵੇ, ਗਗਨ ਅਨਮੋਲ ਮਾਨ ਹੋਵੇ, ਉਹਨਾਂ ਨੇ ਕੋਸ਼ਿਸ਼ ਕੀਤੀ, ਪਾਰਟੀਆਂ ਕੋਈ ਵੀ ਹੋਣ, ਟਰੋਲ ਬਹੁਤ ਹੋਈਆਂ ਵੱਡੇ ਪੱਧਰ ਤੇ ਦੋਨੋਂ। ਤੁਹਾਨੂੰ ਨਹੀਂ ਲੱਗਦਾ ਕਿ ਔਰਤਾਂ ਨੂੰ ਸਾਨੂੰ ਉਹ ਆਜ਼ਾਦੀ ਦੇਣੀ ਚਾਹੀਦੀ ਸੀ? ਪਹਿਲਾਂ ਹੀ ਬਹੁਤ ਥੋੜੀਆਂ ਨੇ ਸਿਆਸਤ ਦੇ ਵਿੱਚ, ਤਾਂ ਸਮਾਜ ਉਹ ਸਪੇਸ ਦੇਵੇ ਕਿ ਤੁਸੀਂ ਇੱਕ ਵਾਰ ਅੱਗੇ ਲੱਗੋ, ਪਾਰਟੀਆਂ ਚੰਗਾ ਕੰਮ ਹੋ ਸਕਦਾ ਹੋਵੇ। ਦੇਖੋ ਜੀ, ਤੁਹਾਨੂੰ ਲੱਗਦਾ ਕਿ ਜੈਂਡਰ ਨਾਲ ਜੋੜ ਕੇ ਦੇਖਣ ਵਾਲੀ ਚੀਜ਼ ਨਹੀਂ ਹੈ? ਜਿਹੜੀ ਸਾਡੀ ਜਿਹਨੂੰ ਕਹਿੰਦੇ ਨਾ ਪੁਰਸ਼ ਪ੍ਰਧਾਨ ਸੋਚ, ਉਹ ਸਾਡੀ ਸੋਸਾਇਟੀ 'ਚ ਪ੍ਰੈਵਲੈਂਟ ਹੈ, ਇਸ ਗੱਲ ਤਾਂ ਕੋਈ ਸ਼ੱਕ ਹੀ ਨਹੀਂ ਹੈ। ਮੈਨੂੰ ਲੱਗਦਾ ਹੈ ਅਨਮੋਲ ਤੇ ਸੋਨੀਆ ਬਹੁਤ ਕਾਬਿਲ ਨੇ ਦੋਨੋਂ, ਤੇ ਜੇ ਉਹਨਾਂ ਨੂੰ ਕੋਈ ਸੋਸ਼ਲ ਮੀਡੀਆ ਤੇ ਟ੍ਰੋਲ ਕਰਦਾ ਹੈ, ਉਹ ਉਹਨਾਂ ਦੀ ਕਮੀ ਹੈ। ਸੋਨੀਆ ਤੇ ਅਨਮੋਲ ਉਹਨਾਂ ਦੀ ਨਹੀਂ ਹੈਗੀ। ਇਹ ਮਤਲਬ ਔਰਤ ਸਮਾਜ ਲਈ ਮੈਂ ਮੰਨਦੀ ਹਾਂ ਇੱਕ ਮਿਸਾਲ ਨੇ ਕਿ ਇਹ ਦੋਨੋਂ ਖੜੀਆਂ ਹੋਈਆਂ ਨੇ ਤੇ ਸਾਹਮਣੇ ਆਉਣ ਦਾ ਇਹਨਾਂ ਨੇ ਜਿਵੇਂ ਕਰੇਜ ਹੁੰਦਾ ਹੈ ਉਹ ਦਿਖਾਇਆ ਹੈ। ਜਿਹੜੇ ਲੋਕ ਬੈਠੇ ਫੋਨਸ ਦੇ ਪਿੱਛੇ ਬੈਠ ਕੇ ਕਮੈਂਟ ਪਾਉਂਦੇ ਆ ਲੋਕਾਂ ਦੇ ਕੱਪੜਿਆਂ ਤੇ, ਚਾਹੇ ਉਹ ਅਨਮੋਲ ਦੇ ਵਾਟਰ ਕੈਨਨ ਦੇ ਹੋਣ ਤੇ ਹੋਵੇ, ਜਾਂ ਇਹ ਮੈਂ ਮੰਨਦੀ ਹੈ ਇਸ ਤੋਂ ਗਿਰੀ ਹੋਈ ਸੋਚ ਕੋਈ ਦਿਖਾ ਨਹੀਂ ਸਕਦਾ, ਤੇ ਉਹਨਾਂ ਨੂੰ ਲੱਗਦਾ ਅਸੀਂ ਆਪ ਤਾਂ ਕੁਝ ਕਰ ਨਹੀਂ ਸਕਦੇ, ਜਿਹੜੀ ਬੀਬੀਆਂ ਕਰ ਰਹੀਆਂ ਅਸੀਂ ਉਹਨਾਂ ਨੂੰ ਵੀ ਥੱਲੇ ਖਿੱਚ ਲਈਏ। ਕਿ ਸਪੋਰਟ ਹੋਣੀ ਚਾਹੀਦੀ ਹੈ ਇਹਦੀ, ਬਿਲਕੁਲ ਹੋਣੀ ਚਾਹੀਦੀ ਹੈ, ਪਰ ਇਹ ਸਪੋਰਟ ਸ਼ੁਰੂ ਹੋਊਗੀ ਔਰਤਾਂ ਤੋਂ। ਜੇ ਔਰਤਾਂ ਦੀ ਸਪੋਰਟ ਨਹੀਂ ਕਰਨਗੀਆਂ, ਮਤਲਬ ਬੇਸ਼ੱਕ ਅਨਮੋਲ ਕਿਸੇ ਪਾਰਟੀ ਦੀ ਹੋਵੇ, ਬੇਸ਼ੱਕ ਸੋਨੀਆ ਕਿਸੇ ਹੋਰ ਪਾਰਟੀ ਦੀ ਹੋਵੇ, ਇੱਕ ਔਰਤ ਹੋਣ ਦੇ ਨਾਤੇ ਮੇਰਾ ਮੈਂ ਮੰਨਦੀ ਹਾਂ, ਮੇਰੀ ਇਹ ਡਿਊਟੀ ਬਣਦੀ ਹੈ ਕਿ ਮੈਂ ਉਹਨਾਂ ਦੀ ਸਪੋਰਟ ਕਰਾਂ, ਬੇਸ਼ੱਕ ਉਹ ਕਿਸੇ ਕ੍ਰਿਟਿਸਿਜ਼ਮ ਕਰ ਲਓ,
ਕ੍ਰਿਟਿਸਿਜ਼ਮ ਸੈਕੰਡ ਪੁਆਇੰਟ ਹੋਇਆ, ਪਰ ਇੱਕ ਔਰਤ ਹੋਣ ਦੇ ਨਾਤੇ ਮੇਰੀ ਜਿਹੜੀ ਫੰਡਾਮੈਂਟਲ ਡਿਊਟੀ ਹੈ ਕਿ ਔਰਤ ਨੂੰ ਸਪੋਰਟ ਕਰੇ। ਜਦ ਤੱਕ ਔਰਤ ਨੂੰ ਸਪੋਰਟ ਨਹੀਂ ਕਰੂਗੀ, ਬੰਦੇ ਕਿੱਥੋਂ ਕਰਨਗੇ। ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਵਾਸਤੇ। ਤਾਂ ਇਹ ਬਹੁਤ ਇੰਪੋਰਟੈਂਟ, ਜਿਵੇਂ ਬਹੁਤ ਸੋਹਣੀ ਗੱਲ ਕਹੀ ਕਿ ਔਰਤ ਦੀ ਸਪੋਰਟ ਕਰੇ, ਔਰ ਇਸ ਅੰਦੋਲਨ ਦੇ ਵਿੱਚ ਨਿੱਜੀ ਪ੍ਰਾਪਤੀਆਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਨੇ। ਅਸੀਂ ਆਪ ਛੋਟੀ ਇਕਾਈ ਤੋਂ ਸਿੱਖਿਆ ਬਹੁਤ ਹੈ ਤਾਂ ਸਮਾਜ ਦੀ ਵੱਡੀ ਇਕਾਈ ਵੱਲ ਜਾਂਦੇ ਆ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਸਿੰਘੂ ਬਾਰਡਰ। किसान मजदूर एकता